ਸਤਿ ਸ਼੍ਰੀ ਅਕਾਲ PNCN ਦੇਖ ਰਹੇ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਵੈਨਕੂਵਰ ਵਿੱਚ ਇੱਕ ਇਮਾਰਤ ਅੰਦਰ ਲੱਗੀ ਅੱਗ 5 ਜਣਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਵਿਨੀਪੈਗ ਸਮੇਤ ਮੈਨੀਟੋਬਾ ਦੇ ਕਈ ਸ਼ਹਿਰਾਂ ਵਿੱਚ ਵਾਤਾਵਰਣ ਵਿਭਾਗ ਵੱਲੋਂ ਤੇਜ਼ ਤੂਫਾਨ ਦੀ ਚੇਤਾਵਨੀ। ਕਾਰਤਿਕ ਵਾਸੂਦੇਵ ਨੂੰ ਦਿੱਤੀ ਗਈ ਸ਼ਰਧਾਂਜਲੀ। ਗੋਲੀਆਂ ਚਲਾਉਣ ਵਾਲਾ ਅਜੇ ਤੱਕ ਕਾਬੂ ਨਹੀਂ ਕੀਤਾ ਜਾ ਸਕਿਆ। ਕੈਲਗਰੀ ਵਿੱਚ ਨਸ਼ਾ ਤਸਕਰਾਂ ਦਾ ਪਰਦਾਫਾਸ਼, ਕਈ ਮਾਮਲੇ ਦਰਜ। ਐਬਸਫੋਰਡ 'ਚ ਚੱਲਦੇ ਪਿਕਅਪ ਟਰੱਕ ਦੇ ਵਿੱਚੋਂ ਡਿੱਗੀ ਇੱਕ ਔਰਤ, ਹਾਲਤ ਗੰਭੀਰ। ਇਸ ਦੇ ਨਾਲ ਹੀ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਵੈਨਕੂਵਰ ਵਿੱਚ ਇੱਕ ਇਮਾਰਤ ਅੰਦਰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਕਈ ਜਣਿਆਂ ਨੂੰ ਇਮਾਰਤ ਵਿੱਚੋਂ ਫਾਇਰ ਫਾਈਟਰਸ ਦੇ ਵੱਲੋਂ ਕੱਢਿਆ ਗਿਆ। ਵੈਨਕੂਵਰ ਡਾਊਨਟਾਊਨ ਵਿੱਚ ਗੈਸਟਾਊਨ ਖੇਤਰ 'ਚ ਸੋਮਵਾਰ ਦੀ ਸਵੇਰ ਨੂੰ ਇੱਕ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ, ਜਿੱਥੇ ਕਿ ਕਾਫੀ ਗਿਣਤੀ ਵਿੱਚ ਵਿਅਕਤੀਆਂ ਨੂੰ ਤੁਰੰਤ ਬਾਹਰ ਕੱਢਿਆ ਗਿਆ। ਇਸ ਦੌਰਾਨ 5 ਜਣਿਆਂ ਨੂੰ ਹਸਪਤਾਲ ਪਹੁੰਚਾਉਣਾ ਪਿਆ, ਕਿਉਂਕਿ ਉਹ ਅੱਗ ਲੱਗਣ ਦੇ ਮਾਮਲੇ ਕਰਕੇ ਜ਼ਖਮੀ ਹੋ ਗਏ ਸਨ। ਇਨ੍ਹਾਂ 5 ਵਿੱਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ 3 ਦੀ ਹਾਲਤ ਖਤਰੇ ਤੋਂ ਬਾਹਰ ਹੈ। ਇਸ ਦੌਰਾਨ ਹੋਰ ਵੀ ਕਈ ਜ਼ਖਮੀ ਹੋਏ ਸਨ, ਜਿਨ੍ਹਾਂ ਨੂੰ ਮੌਕੇ ਦੇ ਉੱਤੇ ਹੀ ਇਲਾਜ ਦਿੱਤਾ ਗਿਆ। BC ਐਮਰਜੈਂਸੀ ਹੈਲਥ ਸਰਵਿਸਿਜ਼ ਨੇ ਵੀ ਇਸ ਦੇ ਬਾਰੇ ਬਿਆਨ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਵੈਨਕੂਵਰ ਤੋਂ ਫਾਇਰ ਫਾਈਟਰਸ ਦੇ ਵੱਲੋਂ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਹੈ, ਜੋ ਫਾਇਰ ਚੀਫ ਕੈਰਨ ਫਰਾਈ ਨੇ ਇਸ ਦੇ ਬਾਰੇ ਸਾਰੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ 13 ਤੋਂ ਵੱਧ ਫਾਇਰ ਫਾਈਟਰ ਲੱਗੇ ਹੋਏ ਸਨ, ਜਿਨ੍ਹਾਂ ਨੇ ਅੱਗ ਦੇ ਉੱਤੇ ਤੁਰੰਤ ਕਾਬੂ ਪਾਇਆ। ਜਿਵੇਂ ਕਿ ਸੋਮਵਾਰ ਦੀ ਸਵੇਰ ਨੂੰ 11 ਵਜੇ ਦੇ ਨੇੜੇ ਦਾ ਸਮਾਂ ਸੀ ਤੇ ਇਸ ਇਮਾਰਤ ਦੀਆਂ ਹੇਠਲੀਆਂ ਮੰਜ਼ਲਾਂ ਦੇ ਉੱਤੇ ਦਫ਼ਤਰ ਨੇ ਤੇ ਉੱਪਰਲੀਆਂ ਮੰਜ਼ਿਲਾਂ ਦੇ ਉੱਤੇ ਰਿਹਾਇਸ਼ ਹੈ ਤੇ ਇਸ ਮੌਕੇ ਦਫ਼ਤਰਾਂ ਵਿੱਚ ਲੋਕ ਕੰਮ ਵੀ ਕਰ ਰਹੇ ਸਨ, ਜਿਨ੍ਹਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ। ਅੱਗ ਲੱਗਣ ਦਾ ਕਾਰਨ ਤਾਂ ਹਜੇ ਪਤਾ ਨਹੀਂ ਲੱਗਿਆ, ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਅੱਗ ਰਿਹਾਇਸ਼ੀ ਥਾਂ ਹੈ ਜੋ ਇਮਾਰਤ ਦੇ ਅੰਦਰ ਉੱਪਰਲੀਆਂ ਮੰਜ਼ਿਲਾਂ ਵਿੱਚ ਉੱਥੇ ਤੋਂ ਸ਼ੁਰੂ ਹੋਈ ਹੋ ਸਕਦੀ ਹੈ। ਜਿਵੇਂ ਕਿ 5 ਜਣਿਆਂ ਨੂੰ ਹਸਪਤਾਲ ਪਹੁੰਚਾਉਣਾ ਪਿਆ। ਇਸ ਦੌਰਾਨ ਅਧਿਕਾਰੀਆਂ ਨੇ ਹਜੇ ਇਹ ਨਹੀਂ ਦੱਸਿਆ ਕਿ ਕਿੰਨੇ ਕੁ ਵਿਅਕਤੀਆਂ ਨੂੰ ਤੁਰੰਤ ਇਮਾਰਤ ਦੇ ਵਿੱਚੋਂ ਬਾਹਰ ਕੱਢਿਆ ਗਿਆ, ਪਰ ਵਾਰੋ-ਵਾਰੀ ਫਾਇਰ ਫਾਈਟਰਸ ਦੇ ਵੱਲੋਂ ਸੁਰੱਖਿਅਤ ਇਸ ਇਮਾਰਤ ਵਿੱਚੋਂ ਵਿਅਕਤੀਆਂ ਨੂੰ ਕੱਢਿਆ ਜਾ ਰਿਹਾ ਸੀ ਬਾਹਰ, ਜਿੱਥੇ ਕਿ ਕਈ ਦਫ਼ਤਰ ਨੇ। ਅੱਗੇ ਜਾਣਕਾਰੀ, ਜੋ ਨਸ਼ਾ ਤਸਕਰਾਂ ਦੇ ਵੱਲੋਂ ਲੰਮੇ ਸਮੇਂ ਤੋਂ ਤਸਕਰੀ ਕੀਤੀ ਜਾ ਰਹੀ ਸੀ, ਉਸ ਦਾ ਪਰਦਾਫਾਸ਼ ਕੀਤਾ ਹੈ ਕੈਲਗਰੀ ਪੁਲਿਸ ਨੇ ਤੇ 2 ਜਣਿਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਉੱਤੇ ਕਈ ਮਾਮਲੇ ਦਰਜ ਕੀਤੇ ਨੇ। ਕੈਲਗਰੀ ਪੁਲਿਸ ਨੇ ਨਸ਼ਾ ਤਸਕਰੀ ਦੇ ਇੱਕ ਮਾਮਲੇ ਦਾ ਪਰਦਾਫਾਸ਼ ਕੀਤਾ ਹੈ, ਜਿੱਥੇ ਕਿ 2 ਜਣਿਆਂ ਦੇ ਉੱਤੇ ਕਈ ਮਾਮਲੇ ਦਰਜ ਕੀਤੇ ਗਏ ਨੇ, ਜਿਸ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ 100 ਬਲਾਕ ਤੇ 14 ਐਵੇਨਿਊ ਸਾਊਥ ਈਸਟ ਖੇਤਰ ਵਿੱਚ ਇੱਕ ਘਰ, ਜਿਸ ਦੇ ਵਾਸਤੇ ਸਰਚ ਵਾਰੰਟ ਕੱਢੇ ਗਏ। ਉਸ ਘਰ ਦੀ ਜਾਂਚ ਦੌਰਾਨ ਉਹਨਾਂ ਨੂੰ ਕਾਫੀ ਕੁਝ ਮਿਲਿਆ ਜੋ ਕਿ ਗੈਰ ਕਾਨੂੰਨੀ ਸੀ। ਅਪ੍ਰੈਲ 5 ਨੂੰ ਇਹ ਜਾਂਚ ਕੀਤੀ ਗਈ। ਦਰਅਸਲ ਮਾਰਚ ਦੀ ਸ਼ੁਰੂਆਤ ਤੋਂ ਇਸ ਸੰਬੰਧੀ ਜਾਂਚ ਸ਼ੁਰੂ ਕੀਤੀ ਗਈ ਸੀ, ਜਦੋਂ ਪੁਲਿਸ ਅਧਿਕਾਰੀਆਂ ਨੂੰ ਕੁਝ ਜਾਣਕਾਰੀ ਮਿਲੀ ਸੀ ਤੇ ਉਸ ਤੋਂ ਬਾਅਦ 5 ਅਪ੍ਰੈਲ ਨੂੰ ਇੱਕ ਘਰ ਦੇ ਵਿੱਚ ਜਾ ਕੇ ਛਾਣਬੀਣ ਕੀਤੀ ਗਈ, ਜਿੱਥੇ ਕਿ ਪੁਲਿਸ ਨੂੰ ਇੱਕ ਹੈਂਡਗਨ, ਇੱਕ ਰਾਈਫਲ, $10,000 ਤੱਕ ਦਾ ਚੋਰੀ ਕੀਤਾ ਹੋਇਆ ਸਮਾਨ, ਮਹਿੰਗੇ ਮੋਟਰਸਾਈਕਲ, ਫੈਂਟਨਲ, ਮੈਥਮਫੈਟਾਮਾਈਨ, ਭੰਗ ਤੇ ਹੋਰ ਨਸ਼ੇ ਮਿਲੇ, ਜਿਸ ਦੇ ਵਿੱਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ੇ ਕੁਝ ਇਸ ਤਰ੍ਹਾਂ ਪੈਕ ਕੀਤੇ ਹੋਏ ਸਨ ਜਿਵੇਂ ਨਸ਼ਾ ਤਸਕਰੀ ਦੇ ਵਾਸਤੇ ਉਹਨਾਂ ਦੀ ਵਰਤੋਂ ਹੋਣੀ ਹੋਵੇ। ਬਰਾਮਦ ਕੀਤੇ ਗਏ ਨਸ਼ੇ ਦੀ ਕੀਮਤ ਕਰੀਬ $70,000 ਸੀ। ਇੱਕ 29 ਸਾਲ ਦੇ ਨੈਥਨ ਔਨ ਮੋਬਰਲੀ ਨਾਮਕ ਵਿਅਕਤੀ ਦੇ ਉੱਤੇ ਕਈ ਮਾਮਲੇ ਦਰਜ ਕੀਤੇ ਗਏ ਨੇ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇੱਕ 42 ਸਾਲ ਦਾ ਟਾਇਲਰ ਜੌਨ ਹਾਰਟਮੈਨ ਹੈ, ਉਸ ਦੇ ਉੱਤੇ ਵੀ ਕਈ ਮਾਮਲੇ ਦਰਜ ਕੀਤੇ ਗਏ ਨੇ। ਤਾਂ ਉਧਰ ਟੋਰਾਂਟੋ ਵਿੱਚ ਵੀ ਇੱਕ ਇਮਾਰਤ ਅੰਦਰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਇਮਾਰਤ ਦੀ 19ਵੀਂ ਮੰਜ਼ਿਲ ਦੇ ਉੱਤੇ ਅੱਗ ਲੱਗੀ, ਜਿਸ ਕਰਕੇ ਇੱਕ ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ। ਨਾਰਥ ਯਾਰਕ ਖੇਤਰ ਵਿੱਚ ਇੱਕ ਹਾਈ ਰਾਈਜ਼ ਇਮਾਰਤ ਦੇ ਅੰਦਰ ਇੱਕ ਅਪਾਰਟਮੈਂਟ ਨੂੰ ਭਿਆਨਕ ਅੱਗ ਲੱਗ ਗਈ। ਅੱਜ ਸਵੇਰੇ 7 ਵਜੇ ਦਾ ਮਾਮਲਾ ਸੀ, ਜਦੋਂ ਟੋਰਾਂਟੋ ਫਾਇਰ ਫਾਈਟਰਸ ਨੂੰ ਬੁਲਾਇਆ ਗਿਆ, ਜੋ ਕਿ ਜੇਨ ਸਟਰੀਟ ਤੇ ਵਿਲਸਨ ਐਵੇਨਿਊ ਦੇ ਨੇੜੇ ਇੱਕ ਇਮਾਰਤ ਦੇ ਵਿੱਚ ਅੱਗ ਲੱਗੀ ਸੀ 19ਵੀਂ ਮੰਜ਼ਿਲ ਦੇ ਉੱਤੇ, ਜਿੱਥੇ ਕਿ ਜਦੋਂ ਫਾਇਰ ਫਾਈਟਰ ਪਹੁੰਚੇ ਤਾਂ ਸੰਘਣਾ ਕਾਲਾ ਧੂਆਂ ਇੱਕ ਯੂਨਿਟ ਦੇ ਵਿੱਚੋਂ ਨਿਕਲ ਰਿਹਾ ਸੀ। ਉੱਥੇ ਤੁਰੰਤ ਅੱਗ ਦੇ ਉੱਤੇ ਕਾਬੂ ਪਾਇਆ ਗਿਆ। ਜਦੋਂ ਫਾਇਰ ਫਾਈਟਰ ਅੰਦਰ ਪਹੁੰਚੇ ਤਾਂ ਉੱਥੇ ਇੱਕ ਔਰਤ ਮੌਜੂਦ ਸੀ, ਜਿਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਸ ਦੇ ਬਾਰੇ ਹੁਣ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਜਿਵੇਂ ਕਿ ਇੱਕਦਮ ਇਮਾਰਤ ਵਿੱਚ ਅੱਗ ਲੱਗੀ ਤਾਂ ਇਮਾਰਤ ਵਿੱਚ ਹੋਰ ਯੂਨਿਟਸ ਦੇ ਅੰਦਰ ਰਹਿ ਰਹੇ ਵਸਨੀਕਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ, ਜਿਨ੍ਹਾਂ ਨੂੰ ਆਰਜ਼ੀ ਤੌਰ ਦੇ ਉੱਤੇ TTC ਬੱਸਾਂ ਦੇ ਵਿੱਚ ਬਿਠਾਇਆ ਗਿਆ, ਜਿਸ ਦੇ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ। ਹਜੇ ਕਾਰਨ ਪਤਾ ਨਹੀਂ ਲੱਗਿਆ ਕਿ ਇਹ ਅੱਗ ਕਿਉਂ ਲੱਗੀ, ਪਰ ਬਚਾ ਰਿਹਾ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਔਰਤ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈ। ਤਾਂ ਉਧਰ ਕਾਰਤਿਕ ਵਾਸੂਦੇਵ, ਜੋ ਕਿ ਇੰਟਰਨੈਸ਼ਨਲ ਵਿਦਿਆਰਥੀ, ਟੋਰਾਂਟੋ ਵਿੱਚ ਉਸ ਤੇ ਗੋਲੀਆਂ ਮਾਰੀਆਂ ਗਈਆਂ ਤੇ ਉਸ ਦੀ ਮੌਤ ਹੋਈ, ਜਿਸ ਤੋਂ ਬਾਅਦ ਐਤਵਾਰ ਦੇ ਦਿਨ
ਉਸ ਨੂੰ ਸ਼ਰਧਾਂਜਲੀ ਦਿੱਤੀ ਗਈ। ਤੇ ਤੁਹਾਨੂੰ ਦੱਸੇ ਕਿ ਹਜੇ ਤੱਕ ਕਾਰਤਿਕ ਦਾ ਕਤਲ ਕਰਨ ਵਾਲਾ ਵਿਅਕਤੀ ਹੈ ਜੋ ਉਸ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ। ਕਾਰਤਿਕ ਵਾਸੂਦੇਵ ਨੂੰ ਯਾਦ ਕਰਦਿਆਂ ਟੋਰਾਂਟੋ ਵਿੱਚ ਇੱਕ ਕੈਂਡਲ ਲਾਈਟ ਵਿਜਲ ਕੀਤਾ ਗਿਆ, ਸ਼ਰਧਾਂਜਲੀ ਸਮਾਗਮ ਕੀਤਾ ਗਿਆ ਜੋ ਕਿ ਨੈਥਨ ਫਿਲਿਪਸ ਸਕੁਅਰ ਦੇ ਅੱਗੇ ਉਸਦੇ ਪਰਿਵਾਰਕ ਮੈਂਬਰ, ਦੋਸਤ ਤੇ ਉਸਦੇ ਨਾਲ ਕੰਮ ਕਰਨ ਵਾਲੇ ਇਕੱਠੇ ਹੋਏ, ਜਿਨ੍ਹਾਂ ਨੇ ਕੁਝ ਦੇਰ ਮੌਨ ਵੀ ਧਾਰਿਆ ਤੇ ਉਸਦੇ ਵਾਸਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸੈਨਿਕਾ ਸਟੂਡੈਂਟ ਫੈਡਰੇਸ਼ਨ ਦੀ ਪ੍ਰਧਾਨ ਰਿਤਿਕ ਸ਼ਰਮਾ ਨੇ ਇਸ ਦੇ ਬਾਰੇ ਬਿਆਨ ਵੀ ਜਾਰੀ ਕੀਤਾ ਕਿ ਉਹ ਕਿੰਨਾ ਟੁੱਟੇ ਹੋਏ ਮਹਿਸੂਸ ਕਰ ਰਹੇ ਨੇ, ਜਿਨ੍ਹਾਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜਿਵੇਂ ਕਿ ਸੈਨਿਕਾ ਕਾਲਜ ਦਾ ਵਿਦਿਆਰਥੀ ਸੀ ਕਾਰਤਿਕ ਵਾਸੂਦੇਵ, ਜੋ ਕਿ 4 ਮਹੀਨੇ ਪਹਿਲਾਂ ਹੀ ਇੰਟਰਨੈਸ਼ਨਲ ਵਿਦਿਆਰਥੀ ਵਜੋਂ ਭਾਰਤ ਤੋਂ ਆਇਆ ਸੀ। ਭਾਰਤ ਵਿੱਚ ਗਾਜ਼ੀਆਬਾਦ ਤੋਂ ਸੰਬੰਧਿਤ ਸੀ ਕਾਰਤਿਕ, ਜਿਸ ਦੇ ਕਤਲ ਮਾਮਲੇ ਵਿੱਚ ਹਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ, ਜਿਸ ਦੇ ਬਾਰੇ ਸਿਰਫ ਇਹੋ ਦੱਸਿਆ ਗਿਆ ਹੈ ਕਿ ਕਾਲਾ ਵਿਅਕਤੀ ਸੀ ਜਿਸ ਦਾ ਕਿ ਕੱਦ 5 ਫੁੱਟ 6 ਇੰਚ ਦੇ ਨੇੜੇ ਹੈ ਤੇ ਉਸ ਨੂੰ ਲੱਭਿਆ ਜਾ ਰਿਹਾ ਹੈ। ਜਿਵੇਂ ਕਿ ਉੱਥੇ ਕੋਈ ਸੀਸੀਟੀਵੀ ਕੈਮਰੇ ਜਾਂ ਫਿਰ ਵੀਡੀਓ ਫੁਟੇਜ ਵੀ ਹੋਈ ਹੋ ਸਕਦੀ ਹੈ, ਪਰ ਇਸ ਸੰਬੰਧੀ ਹਜੇ ਕੋਈ ਵੀ ਜਾਣਕਾਰੀ ਪੁਲਿਸ ਨੇ ਸਾਂਝੀ ਨਹੀਂ ਕੀਤੀ ਹੈ ਤੇ ਨਾ ਹੀ ਹਜੇ ਤੱਕ ਗੋਲੀਆਂ ਚਲਾਉਣ ਵਾਲੇ ਦੀ ਗ੍ਰਿਫਤਾਰੀ ਹੋਈ ਹੈ ਤੇ ਨਾ ਇਹ ਸਾਹਮਣੇ ਆਇਆ ਕਿ ਆਖਿਰ ਉਸਦੇ ਵੱਲੋਂ ਕਾਰਤਿਕ ਦੇ ਗੋਲੀਆਂ ਕਿਉਂ ਮਾਰੀਆਂ ਗਈਆਂ। ਕਾਰਤਿਕ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਵੱਲੋਂ ਉਸ ਦੀ ਦੇਹ ਨੂੰ ਭਾਰਤ ਮੰਗਵਾਇਆ ਜਾ ਰਿਹਾ ਹੈ ਆਖਰੀ ਰਸਮਾਂ ਅਦਾ ਕਰਨ ਵਾਸਤੇ। GoFundMe ਪੇਜ ਦੇ ਉੱਤੇ $75,000 ਤੱਕ ਦਾ ਟੀਚਾ ਮਿਥਿਆ ਗਿਆ ਹੈ, ਜਿੱਥੇ ਕਿ $46,337 ਤੱਕ ਇਕੱਠੇ ਹੋ ਚੁੱਕੇ ਨੇ ਤੇ ਫੰਡ ਹਜੇ ਇਕੱਠਾ ਕੀਤਾ ਜਾ ਰਿਹਾ ਹੈ, ਜਿੱਥੇ ਕਿ ਅਪ੍ਰੈਲ 17 ਤੱਕ ਪੀੜਤ ਪਰਿਵਾਰ ਦੀ ਮਦਦ ਵਾਸਤੇ ਫੰਡ ਦਿੱਤਾ ਜਾ ਸਕਦਾ ਹੈ। ਤਾਂ ਉਧਰ ਐਬਸਫੋਰਡ ਤੋਂ ਇੱਕ ਮਾਮਲਾ ਸਾਹਮਣੇ ਆਇਆ ਕਿ ਚੱਲਦੇ ਪਿਕਅਪ ਟਰੱਕ ਦੇ ਵਿੱਚ ਇੱਕ ਔਰਤ ਹੇਠਾਂ ਡਿੱਗ ਗਈ, ਜਿਸ ਦੇ ਬਾਰੇ ਪੁਲਿਸ ਨੇ ਕੀ ਕੁਝ ਦੱਸਿਆ ਤੁਹਾਨੂੰ ਹੁਣ ਦੱਸਦੇ ਹਾਂ। ਐਬਸਫੋਰਡ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਔਰਤ ਚੱਲਦੇ ਹੋਏ ਪਿਕਅਪ ਟਰੱਕ ਦੇ ਵਿੱਚੋਂ ਹੇਠਾਂ ਡਿੱਗ ਗਈ ਜਾਂ ਖੁਦ ਬਾਹਰ ਆਈ, ਜਿਸ ਤੋਂ ਬਾਅਦ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ, ਜਿਸ ਨੂੰ ਕਿ 에ਅਰ ਐਂਬੂਲੈਂਸ ਦੇ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ 50 ਸਾਲ ਦੇ ਨੇੜੇ ਉਸ ਔਰਤ ਦੀ ਉਮਰ ਹੈ, ਜੋ ਕਿ ਸੜਕ ਦੇ ਉੱਤੇ ਮੌਜੂਦ ਸੀ 1700 ਬਲਾਕ ਕਲੀਅਰ ਬਰੂਕ ਰੋਡ ਦੇ ਉੱਤੇ ਐਤਵਾਰ ਦੀ ਸਵੇਰ ਨੂੰ 11 ਵਜੇ, ਜਿਸ ਨੂੰ ਕਿ ਕਾਫੀ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਹੈ। ਗ੍ਰੇ ਰੰਗ ਦਾ 2017 ਡੌਜ ਪਿਕਅਪ ਟਰੱਕ ਜੋ ਕਿ ਐਲਬਰਟਾ ਦੀ ਲਾਇਸੈਂਸ ਪਲੇਟ ਨਾਲ ਸੀ ਤੇ ਉਸ ਨੂੰ 39 ਸਾਲ ਦਾ ਵਿਅਕਤੀ ਚਲਾ ਰਿਹਾ ਸੀ ਤੇ ਉਸ ਦੇ ਨਾਲ ਉਹ 50 ਸਾਲ ਦੀ ਔਰਤ ਬੈਠੀ ਸੀ। ਮਾਮਲੇ ਦੀ ਹਜੇ ਜਾਂਚ ਚੱਲ ਰਹੀ ਹੈ ਕਿ ਉਹ ਚੱਲਦੇ ਹੋਏ ਪਿਕਅਪ ਟਰੱਕ ਦੇ ਵਿੱਚੋਂ ਆਪ ਉਤਰੀ ਜਾਂ ਫਿਰ ਉਹ ਡਿੱਗ ਗਈ ਜਾਂ ਫਿਰ ਕੁਝ ਹੋਰ ਵਾਪਰਿਆ। ਇਸ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਉਸ ਪਿਕਅਪ ਟਰੱਕ ਨੂੰ, ਜੋ ਤਸਵੀਰ ਵੀ ਸਾਂਝੀ ਕੀਤੀ ਗਈ ਹੈ, ਆਪਣੇ ਕਬਜ਼ੇ ਦੇ ਵਿੱਚ ਪੁਲਿਸ ਨੇ ਲੈ ਲਿਆ ਤੇ ਇਸ ਦੇ ਨਾਲ ਹੀ ਜੋ ਡਰਾਈਵਰ 39 ਸਾਲ ਦਾ ਵਿਅਕਤੀ ਉਸ ਨੂੰ ਚਲਾ ਰਿਹਾ ਸੀ, ਉਹ ਮੌਕੇ ਦੇ ਉੱਤੇ ਹੀ ਮੌਜੂਦ ਰਿਹਾ ਤੇ ਪੁਲਿਸ ਨੂੰ ਜਾਂਚ ਦੇ ਵਾਸਤੇ ਸਹਿਯੋਗ ਵੀ ਉਸ ਦੇ ਵੱਲੋਂ ਦਿੱਤਾ ਜਾ ਰਿਹਾ ਹੈ। ਤੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਉਹ ਔਰਤ ਤੇ ਵਿਅਕਤੀ ਇੱਕ ਦੂਜੇ ਨੂੰ ਜਾਣਦੇ ਨੇ, ਜਿਸ ਕਰਕੇ ਆਮ ਲੋਕਾਂ ਨੂੰ ਕੋਈ ਹੋਰ ਖਤਰਾ ਨਹੀਂ ਹੈ। ਇਸ ਦੇ ਬਾਰੇ ਜੇਕਰ ਕਿਸੇ ਨੂੰ ਵੀ ਕੋਈ ਹੋਰ ਜਾਣਕਾਰੀ ਹੋਵੇ ਜਾਂ ਫਿਰ ਡੈਸ਼ ਕੈਮ ਫੁਟੇਜ ਉਸ ਖੇਤਰ ਦੀ, ਉਸ ਮੌਕੇ ਦੀ ਕਿਸੇ ਕੋਲ ਮੌਜੂਦ ਹੋਵੇ ਤਾਂ ਐਬਸਫੋਰਡ ਪੁਲਿਸ ਡਿਪਾਰਟਮੈਂਟ ਦੇ ਨਾਲ 604 859 5225 ਦੇ ਉੱਤੇ ਫੋਨ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਮੈਨੀਟੋਬਾ ਦੇ ਦੱਖਣੀ ਹਿੱਸੇ ਦੇ ਵਿੱਚ ਜੋ ਤੂਫਾਨ ਆਉਣ ਦੇ ਬਾਰੇ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਤੇਜ਼ ਤੂਫਾਨ ਇਸ ਹਫ਼ਤੇ ਦੇ ਵਿੱਚ ਆਵੇਗਾ, ਜਿਸ ਦੇ ਲਈ ਬੁੱਧਵਾਰ ਤੋਂ ਸ਼ੁੱਕਰਵਾਰ ਦੀ ਸਵੇਰ ਤੱਕ ਚੇਤਾਵਨੀ ਲਗਾਤਾਰ ਲਾਗੂ ਰਹੇਗੀ। ਇਸ ਦੌਰਾਨ ਵਿਨੀਪੈਗ ਸਮੇਤ ਹੋਰ ਕਈ ਸ਼ਹਿਰ ਇਸ ਦਰਮਿਆਨ ਆਉਂਦੇ ਨੇ, ਜਿਸ ਦੇ ਲਈ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਆਪਣਾ ਧਿਆਨ ਰੱਖਿਆ ਜਾਵੇ, ਕੋਸ਼ਿਸ਼ ਕੀਤੀ ਜਾਵੇ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ। ਇਸ ਦੌਰਾਨ ਬਿਜਲੀ ਵੀ ਪ੍ਰਭਾਵਿਤ ਹੋ ਸਕਦੀ ਹੈ, ਜਿਸ ਕਰਕੇ ਪਹਿਲਾਂ ਤੋਂ ਇੰਤਜ਼ਾਮ ਕੁਝ ਅਜਿਹਾ ਕੀਤਾ ਜਾਵੇ ਕਿ ਜੋ ਬਿਜਲੀ ਤੋਂ ਬਗੈਰ ਵੀ ਰਿਹਾ ਜਾ ਸਕੇ, ਜਿਵੇਂ ਕਿ ਫਲੈਸ਼ ਲਾਈਟਸ ਤੇ ਹੋਰ ਐਮਰਜੈਂਸੀ ਕਿੱਟ ਪਹਿਲਾਂ ਤੋਂ ਤਿਆਰ ਕਰ ਲਈ ਜਾਵੇ। ਤੇ ਇਸ ਸੰਬੰਧੀ ਜਦੋਂ ਵਾਤਾਵਰਣ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਚੇਤਾਵਨੀ ਦਿੱਤੀ ਗਈ ਹੈ ਕਿ ਇਹ ਵੀ ਕੋਸ਼ਿਸ਼ ਕੀਤੀ ਜਾਵੇ ਕਿ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ। ਭਾਰੀ ਬਰਫ਼ਬਾਰੀ, ਤੇਜ਼ ਹਵਾ ਤੇ ਪੂਅਰ ਵਿਜ਼ਿਬਿਲਿਟੀ ਯਾਨੀ ਕਿ ਦਿਖਾਈ ਅੱਗੇ ਘੱਟ ਦੇਵੇਗਾ, ਜਿਸ ਕਰਕੇ ਗੱਡੀਆਂ ਚਲਾਉਣੀਆਂ ਵੀ ਬੇਹੱਦ ਮੁਸ਼ਕਲ ਹੋਣਗੀਆਂ, ਜਿਸ ਕਰਕੇ ਕੋਸ਼ਿਸ਼ ਕੀਤੀ ਜਾਵੇ ਕਿ ਮਜਬੂਰੀ ਤੋਂ ਬਿਨਾਂ ਘਰ ਤੋਂ ਬਾਹਰ ਨਾ ਹੀ ਨਿਕਲਿਆ ਜਾਵੇ ਤੇ ਘੁੰਮਣ ਦਾ ਪਲਾਨ ਤਾਂ ਬਿਲਕੁਲ ਵੀ ਨਾ ਬਣਾਇਆ ਜਾਵੇ। ਇਸ ਦੇ ਨਾਲ ਹੀ ਕਈ ਸੰਸਥਾਵਾਂ ਵੀ ਇਸ ਸਮੇਂ ਪਹਿਲਾਂ ਤੋਂ ਹੀ ਐਲਾਨ ਕਰ ਰਹੀਆਂ ਨੇ ਕਿ ਜੇਕਰ ਕਿਸੇ ਨੂੰ ਵੀ ਮਦਦ ਦੀ ਲੋੜ ਪਵੇਗੀ ਤਾਂ ਉਹ ਮਦਦ ਦੇ ਵਾਸਤੇ ਹਾਜ਼ਰ ਰਹਿਣਗੇ। ਗਰਮ ਭੋਜਨ ਉਹਨਾਂ ਦੇ ਵੱਲੋਂ ਮੁਹੱਈਆ ਵੀ ਕਰਵਾਇਆ ਜਾਵੇਗਾ। ਜੇਕਰ ਬਿਜਲੀ ਵੀ ਚਲੀ ਜਾਂਦੀ ਹੈ
ਤਾਂ ਪ੍ਰੋਪੇਨ ਦਾ ਹੋਰ ਇੰਤਜ਼ਾਮ ਪਹਿਲਾਂ ਤੋਂ ਕੀਤਾ ਜਾ ਸਕਦਾ ਹੈ ਤਾਂ ਕਿ ਬਿਜਲੀ ਦੇ ਜਾਣ ਦੇ ਉੱਤੇ ਅੱਗ ਦੀ ਵਰਤੋਂ ਕੀਤੀ ਜਾ ਸਕੇ ਤੇ ਭੋਜਨ ਗਰਮ ਤਿਆਰ ਕੀਤਾ ਜਾ ਸਕੇ। ਇਸ ਦੇ ਨਾਲ ਹੀ ਪਾਣੀ ਵੀ ਪਹਿਲਾਂ ਤੋਂ ਜਮ੍ਹਾਂ ਕੀਤਾ ਜਾ ਸਕਦਾ ਹੈ। ਇੱਥੋਂ ਤੱਕ ਕਿ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕਈਆਂ ਨੂੰ ਘਰ ਖਾਲੀ ਕਰਨ ਦੇ ਲਈ ਵੀ ਕੁਝ ਕਿਹਾ ਗਿਆ ਤਾਂ ਤੁਰੰਤ ਇਸ ਵਾਸਤੇ ਵੀ ਪਹਿਲਾਂ ਤੋਂ ਤਿਆਰੀ ਰੱਖੀ ਜਾਵੇ ਕਿ ਲੋੜ ਪੈਣ ਦੇ ਉੱਤੇ ਐਮਰਜੈਂਸੀ ਕਿੱਟ ਤਿਆਰ ਹੋਵੇ ਘਰ ਤੋਂ ਬਾਹਰ ਜਾਣ ਦੇ ਵਾਸਤੇ ਵੀ। ਇਸ ਨਾਲ ਹੀ ਅਗਲੀ ਖਬਰ ਜੋ ਕਿ ਬਰੈਂਪਟਨ ਦੇ ਇੱਕ ਨੌਜਵਾਨ ਦੇ ਉੱਤੇ ਕਈ ਗੰਭੀਰ ਮਾਮਲੇ ਦਰਜ ਹੋਏ ਨੇ, ਜਿਸ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤਾ ਗਿਆ ਤੇ ਉਹ ਪੰਜਾਬੀ ਨੌਜਵਾਨ ਸੀ। ਬਰੈਂਪਟਨ ਵਿੱਚ ਰਹਿਣ ਵਾਲੇ ਇੱਕ 24 ਸਾਲਾ ਨੌਜਵਾਨ ਹਰਜੋਤ ਗਿੱਲ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੇ ਉੱਤੇ ਕਈ ਮਾਮਲੇ ਦਰਜ ਕੀਤੇ ਗਏ ਨੇ, ਜਿਸ ਦੇ ਬਾਰੇ ਪੁਲਿਸ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਐਤਵਾਰ ਨੂੰ 10 ਅਪ੍ਰੈਲ 2022 ਸਵੇਰ ਦੇ 9 ਵਜੇ ਤੋਂ ਬਾਅਦ ਦਾ ਸਮਾਂ ਸੀ ਜਦੋਂ ਇੱਕ ਰਿਹਾਇਸ਼ੀ ਖੇਤਰ ਬਰੈਂਪਟਨ ਵਿੱਚ ਜੋ ਕਿ ਸਾਊਥ ਲੇਕ ਬੁਲੇਵਾਰਡ ਦੇ ਨੇੜੇ ਉੱਥੇ ਇਹ ਨੌਜਵਾਨ ਇੱਕ ਲੜਕੀ ਨੂੰ ਧਮਕਾ ਰਿਹਾ ਸੀ ਜਿਸ ਦੀ ਉਮਰ 20 ਸਾਲ ਦੇ ਨੇੜੇ ਹੈ। ਉਹ ਲੜਕੀ ਸੁਰੱਖਿਅਤ ਹੈ, ਜਿਸ ਨੂੰ ਕਿ ਇਸ ਨੌਜਵਾਨ ਨੇ ਪਿਸਤੌਲ ਵੀ ਦਿਖਾਈ। ਇਸ ਦੇ ਕੋਲ ਲੋਡਡ ਸ਼ਾਟਗਨ ਸੀ ਜਿਸ ਨੂੰ ਕਿ ਪੁਲਿਸ ਨੇ ਬਰਾਮਦ ਕਰ ਲਿਆ। ਹਰਜੋਤ ਗਿੱਲ ਜਿੱਥੇ ਰਹਿੰਦਾ ਏ ਉਸ ਥਾਂ ਦੀ ਜਾਂਚ ਵੀ ਕੀਤੀ ਗਈ ਜਿੱਥੇ ਤੋਂ ਇੱਕ ਲੋਡਡ ਸ਼ਾਟਗਨ ਬਰਾਮਦ ਕੀਤੀ ਗਈ ਹੈ ਤੇ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਪੁਲਿਸ ਦੇ ਵੱਲੋਂ, ਜਿਸ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਓਨਟਾਰੀਓ ਕੋਰਟ ਆਫ ਜਸਟਿਸ ਬਰੈਂਪਟਨ ਵਿੱਚ ਉਸ ਨੂੰ ਪੇਸ਼ ਕੀਤਾ ਗਿਆ। ਇਸ ਮਾਮਲੇ ਦੇ ਉੱਤੇ ਹਜੇ ਹੋਰ ਜਾਂਚ ਚੱਲ ਰਹੀ ਹੈ। ਇਸ ਦੇ ਬਾਰੇ ਜੇਕਰ ਕਿਸੇ ਨੂੰ ਵੀ ਕੋਈ ਹੋਰ ਜਾਣਕਾਰੀ ਹੋਵੇ ਤਾਂ 905 453 2121 ਦੇ ਉੱਤੇ ਫੋਨ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਉਸ ਲੜਕੀ ਦੀ ਪਹਿਲਾਂ ਹਰਜੋਤ ਗਿੱਲ ਨਾਲ ਬਹਿਸ ਚੱਲ ਰਹੀ ਸੀ ਤੇ ਪੁਲਿਸ ਦੇ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ ਇਹ ਦੋਵੇਂ ਇੱਕ ਦੂਜੇ ਨੂੰ ਪਹਿਲਾਂ ਜਾਣਦੇ ਨਹੀਂ ਸਨ ਤੇ ਇਸ ਦੌਰਾਨ ਉਹ ਲੜਕੀ ਪੂਰੀ ਤਰ੍ਹਾਂ ਸੁਰੱਖਿਅਤ ਵੀ ਹੈ, ਇਹ ਵੀ ਦੱਸਿਆ ਗਿਆ ਹੈ।